सतनाम। धन वाहिगुरु साहिब जी। ज्ञान रतन सब सोजी होए। गुर प्रसाद अज्ञान विनाशै। अन दिन जागै वेखै सच सोए। जीता जियो पिंड सब तेरा। तू अंतर जामी पुरख भगवान। दासण दास कह जन नानक। जिहा तू कराहे तिहा हऊँ करी वखियान। परम सत्कारयोग गुरु रूप गुरु प्यारी साध संग जियो। पागा माले हो निता प्रति गुरबाणी गुरमत दी विचार सरवण करके अपने इस मनुखा जीवन नूं आप जी सवारण अते सोहना बनाउण दा यतन उदम करदे हो। आप जी गुरबाणी की रोशनी अंदर वख-वख गुरमत दे विषे पिछले दिनां तो सरवण करदे आ रहे हो। अज आपां गुरबाणी की रोशनी अंदरों विद्या के उच्चे म्यार अते विद्या के मंतव नूं समझण दा यतन करांगे कि गुरबाणी के अंदर सतगुरु सच्चे पातशाह जी ने विद्या का कितना उच्चा म्यार बख्शिश किया है। विद्या की की महानता है, विद्या की की लोड़ है। विद्या के नाल जीवन विच की तब्दीली आउंदी है। आपां गुरबाणी की रोशनी अंदर आपां अज इस विषय ते गुरमत विचारा करांगे। आओ विचारां की आरंभता तो पहला मन बिरतियां इकागर करदियां होया गुरु साहिब जी वालों बख्शिश की हुई प्यार भरी असीस गुरु फतेह नाल सांझ पाओ। सारे आखो जी वाहिगुरु जी का खालसा वाहिगुरु जी की फतेह। अक्सर असी इतिहास के अंदरों इस साखी पढ़ने हाँ कि जदों गुरु नानक साहिब जी की उम्र 7 साल की हुई ते मेहता कल्याण दास जी उन्होंने पढ़न वास्ते पांडे के कोल लैके गए। इतिहास अंदर 3 उस्तादां का जिक्र आउंदा है जिन्हां तो पातशाह जी ने आखरी ज्ञान भाषावां का ज्ञान प्राप्त किया। गोपाल दास जी उन्हां तो हिंदी का ज्ञान हासिल किया। कुतुबदीन जी उन्हां तो फारसी का अति पंडित ब्रिजलाल उन्हां तो संस्कृत का अरबी भाषा इत्यादि भाषावां का ज्ञान प्राप्त किया। ये 3 उस्ताद सन गुरु नानक साहिब जी के। बड़ी छोटी उम्र के अंदर वख-वख भाषावां का ज्ञान गुरु साहिब जी ने प्राप्त किया। क्योंकि जो ज्ञान है, जो विद्या है, इस दे नाल ही साडे जीवन का विकास हुंदा है। साडे दिमाग का विकास, साडी शख्सियत का विकास, साडे जीवन का विकास ये विद्या के नाल हुंदा है। ते सतपुरुषां ने धर्मी पुरुषां ने इसनूं तीसरा नेत्र भी आख्या है। हुण 2 नेत्र ते रब ने दिते ने पर जे ये 2 नेत्र ते साडे कोल हैगे ने पर जे साडे कोल समझ नहीं, विद्या नहीं, ज्ञान नहीं
ਤੇ ਇਹ ਜਿਹੜੇ ਦੋ ਨੇਤਰ ਨੇ ਸਾਡੇ, ਇਹ ਦੋ ਨੇਤਰ ਵੀ ਸਾਡੀ ਜ਼ਿੰਦਗੀ ਦਾ ਵਿਕਾਸ ਨਹੀਂ ਕਰ ਸਕਦੇ। ਇਸ ਕਰਕੇ ਸਤਿਪੁਰਸ਼ਾਂ ਨੇ ਵਿਦਿਆ ਨੂੰ, ਗਿਆਨ ਨੂੰ ਤੀਸਰਾ ਨੇਤਰ ਆਖਿਆ ਹੈ। ਇਹ ਦੋ ਅੱਖਾਂ ਤੇ ਜਾਨਵਰਾਂ ਦੇ ਕੋਲ ਵੀ ਨੇ, ਪਸ਼ੂ ਪੰਛੀਆਂ ਦੇ ਕੋਲ ਵੀ ਨੇ, ਉਹ ਵੀ ਸਾਡੇ ਵਾਂਗੂ ਵੇਖ ਸਕਦੇ ਨੇ, ਪਰ ਖਿਆਲ ਕਰਨਾ ਉਹ ਦੇਖ ਕੇ ਸਾਡੇ ਵਾਂਗੂ ਸਮਝ ਨਹੀਂ ਸਕਦੇ। ਅਸੀਂ ਦੇਖ ਸਕਦੇ ਹਾਂ ਪਰ ਨਾਲ ਦੇਖ ਕੇ ਅਸੀਂ ਸਮਝ ਸਕਦੇ ਹਾਂ, ਕਿਸੇ ਚੀਜ਼ ਨੂੰ ਵਿਚਾਰ ਸਕਦੇ ਹਾਂ, ਨਿਰਣਾ ਕਰ ਸਕਦੇ ਹਾਂ। ਪਰ ਪਸ਼ੂ ਪੰਛੀਆਂ ਦੇ ਕੋਲ ਦੇਖਣ ਨੂੰ ਅੱਖਾਂ ਤੇ ਹੈ ਨੇ, ਪਰ ਉਹਨਾਂ ਕੋਲ ਵਿਦਿਆ ਨਹੀਂ, ਉਹਨਾਂ ਦੇ ਕੋਲ ਗਿਆਨ ਨਹੀਂ। ਇਸ ਕਰਕੇ ਸਤਿਪੁਰਸ਼ਾਂ ਨੇ ਵਿਦਿਆ ਨੂੰ ਤੀਸਰਾ ਨੇਤਰ ਆਖਿਆ ਹੈ। ਸੋ ਗੁਰੂ ਨਾਨਕ ਸਾਹਿਬ ਜੀ ਬਚਪਨ ਅੰਦਰ ਤਿੰਨ ਉਸਤਾਦਾਂ ਦੇ ਕੋਲੋਂ ਸਮੇਂ ਦੀਆਂ ਜੋ ਪ੍ਰਮੁੱਖ ਭਾਸ਼ਾਵਾਂ ਸਨ ਉਹਨਾਂ ਦਾ ਗਿਆਨ ਪ੍ਰਾਪਤ ਕੀਤਾ। ਤੇ ਨਾਲ ਅਸੀਂ ਇਹ ਵੀ ਕਹਿੰਦੇ ਹਾਂ ਕਿ ਗੁਰੂ ਸਾਹਿਬ ਜੀ ਪੜ੍ਹਨ ਗਏ ਪਰ ਬਾਦਸ਼ਾਹ ਪਾਂਧਿਆਂ ਨੂੰ ਪੜ੍ਹਾ ਕੇ ਆ ਗਏ। ਹੁਣ ਇਹ ਜਿਹੜਾ ਸ਼ਬਦ ਹੈ, ਇਹ ਜਿਹੜੀ ਵਿਚਾਰ ਹੈ ਬੜੀ ਡੂੰਘੀ ਹੈ। ਇਹ ਸ਼ਬਦ ਬੜੇ ਡੂੰਘੇ ਨੇ ਕਿ ਆਪ ਪੜ੍ਹਨ ਗਏ ਪਰ ਪਾਂਧਿਆਂ ਨੂੰ ਪੜ੍ਹਾ ਕੇ ਆ ਗਏ। ਇਹ ਸ਼ਬਦ ਬੜੇ ਡੂੰਘੇ ਨੇ। ਇਹਨਾਂ ਨੂੰ ਸਮਝਣ ਦਾ ਯਤਨ ਕਰਨਾ ਕਿ ਪਾਂਧਿਆਂ ਨੂੰ ਕੀ ਪੜ੍ਹਾਇਆ, ਕੀ ਸਮਝਾਇਆ। ਤੇ ਜਦੋਂ ਪਾਂਧਿਆਂ ਨੇ, ਟੀਚਰਾਂ ਨੇ, ਉਸਤਾਦਾਂ ਨੇ ਗੁਰੂ ਨਾਨਕ ਸਾਹਿਬ ਜੀ ਦੀਆਂ ਗੱਲਾਂ ਸੁਣੀਆਂ, ਗੁਰੂ ਨਾਨਕ ਸਾਹਿਬ ਜੀ ਦੇ ਬਚਨ ਸੁਣੇ, ਵਿਚਾਰਾਂ ਸੁਣੀਆਂ, ਤੇ ਉਹ ਬੜੇ ਪ੍ਰਭਾਵਿਤ ਹੋਏ। ਉਹਨਾਂ ਨੇ ਗੁਰੂ ਸਾਹਿਬ ਜੀ ਦੇ ਅੱਗੇ ਸੀਸ ਝੁਕਾ ਦਿੱਤਾ। ਹੁਣ ਗਏ ਤੇ ਪੜ੍ਹਨ ਨੇ, ਪਰ ਉਸਤਾਦਾਂ ਨੂੰ ਪੜ੍ਹਾ ਕੇ ਆ ਗਏ। ਇੰਨਾ ਰੋਸ਼ਨ ਦਿਮਾਗ ਕਿ ਜਿਹੜੇ ਉਸਤਾਦ ਸਨ ਉਹਨਾਂ ਦੇ ਸੀਸ ਵੀ ਗੁਰੂ ਸਾਹਿਬ ਜੀ ਦੇ ਅੱਗੇ ਝੁਕ ਗਏ। ਕਿਉਂ? ਕਿਉਂਕਿ ਗੁਰੂ ਸਾਹਿਬ ਜੀ ਨੇ ਵੀ ਇੱਕ ਵਿਦਿਆ ਬਾਰੇ ਉਸਤਾਦਾਂ ਨੂੰ ਸਮਝਾਇਆ। ਇੱਕ ਤੇ ਵਿਦਿਆ ਹੈ ਸੰਸਾਰ ਦੀ ਵਿਦਿਆ, ਇੱਕ ਵਿਦਿਆ ਹੈ ਆਤਮਿਕ ਵਿਦਿਆ, ਆਤਮਿਕ ਜੀਵਨ ਦੀ ਵਿਦਿਆ। ਹੁਣ ਇਹਨਾਂ ਦੋ ਵਿਦਿਆ ਦੇ ਅੰਦਰ ਫਰਕ ਹੈ। ਸੰਸਾਰੀ ਵਿਦਿਆ ਅੰਦਰ ਅਤੇ ਆਤਮਿਕ ਵਿਦਿਆ ਅੰਦਰ, ਇਹਨਾਂ ਦੋਨਾਂ ਵਿਦਿਆ ਅੰਦਰ ਅੰਤਰ ਹੈ। ਕਿਉਂਕਿ ਵਿਦਿਆ ਇੱਕ ਕਲਾ ਹੈ, ਵਿਦਿਆ ਇੱਕ ਸ਼ਕਤੀ ਹੈ। ਇਸ ਸ਼ਕਤੀ ਅੰਦਰ ਬੜੀ ਪਾਵਰ ਹੈ। ਹੁਣ ਖਿਆਲ ਕਰਨਾ ਕਿ ਜੇ ਇਹ ਪਾਵਰ, ਇਹ ਵਿਦਿਆ ਦੀ ਕਲਾ ਕਿਸੇ ਨੇਕ ਇਨਸਾਨ ਦੇ ਹੱਥ ਆਏਗੀ, ਜਿਵੇਂ ਅੱਗ ਕਿਸੇ ਸਿਆਣੇ ਮਨੁੱਖ ਦੇ ਕੋਲ ਹੈ ਤੇ ਉਹ ਆਪਣੇ ਘਰ ਨੂੰ ਰੋਸ਼ਨ ਕਰੇਗਾ, ਗੁਆਂਢੀਆਂ ਦੇ ਘਰ ਉਹ ਦੀਵਾ ਬਾਲ ਦੇਵੇਗਾ, ਸਾਰੇ ਸਮਾਜ ਦੇ ਘਰਾਂ ਅੰਦਰ ਉਹ ਦੀਵਾ ਬਾਲ ਦੇਵੇਗਾ। ਤੇ ਉਹੀ ਅੱਗ ਭੋਜਨ ਪਕਾਉਣ ਦੇ ਵੀ ਕੰਮ ਆਏਗੀ ਜੇ ਅੱਗ ਕਿਸੇ ਸਿਆਣੇ ਮਨੁੱਖ ਦੇ ਕੋਲ ਹੈ। ਪਰ ਖਿਆਲ ਕਰਨਾ ਪਿਆਰਿਓ, ਜੇ ਉਹੀ ਅੱਗ ਕਿਸੇ ਮੂਰਖ ਇਨਸਾਨ ਦੇ ਹੱਥ ਵਿੱਚ ਹੈ, ਉਹ ਆਪਣਾ ਘਰ ਵੀ ਸਾੜੇਗਾ ਅਤੇ ਦੂਸਰਿਆਂ ਦੇ ਘਰ ਨੂੰ ਵੀ ਸਾੜ ਕੇ ਰਾਖ ਕਰ ਦੇਵੇਗਾ। ਇਸੇ ਤਰ੍ਹਾਂ ਜੋ ਵਿਦਿਆ ਹੈ, ਇਹ ਅੱਗ ਦੀ ਨਿਆਈ ਹੈ, ਇੱਕ ਦੀਵੇ ਦੀ ਨਿਆਈ ਹੈ। ਹੁਣ ਪਾਤਸ਼ਾਹ ਆਖਦੇ ਨੇ ਕਿ ਭਾਈ, ਜੇ ਤੇ ਸਿਆਣਾ ਮਨੁੱਖ ਹੋਵੇਗਾ ਤੇ ਉਹ ਇਸ ਵਿਦਿਆ ਦੇ ਨਾਲ ਸਮਾਜ ਦੀ ਸੇਵਾ ਕਰੇਗਾ, ਉਹ ਪਰਉਪਕਾਰੀ ਬਣ ਜਾਏਗਾ। ਇਸ ਸ਼ਕਤੀ ਨਾਲ, ਵਿਦਿਆ ਰੂਪੀ ਸ਼ਕਤੀ ਨਾਲ, ਗਿਆਨ ਦੀ ਸ਼ਕਤੀ ਨਾਲ ਉਹ ਸੇਵਾ ਕਰੇਗਾ, ਪਰਉਪਕਾਰੀ ਬਣੇਗਾ। ਪਰ ਜੇ ਕਿਸੇ ਮੂਰਖ ਦੇ ਕੋਲ ਵਿਦਿਆ ਆ ਗਈ ਹੈ, ਉਹ ਸਮਾਜ ਨੂੰ ਸਾੜ ਕੇ ਰੱਖ ਦੇਵੇਗਾ, ਤਬਾਹ ਕਰਕੇ ਰੱਖ ਦੇਵੇਗਾ। ਹੁਣ ਗੁਰੂ ਸਾਹਿਬ ਜੀ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਵਿਦਿਆ ਦੀ ਅਹਿਮੀਅਤ, ਵਿਦਿਆ ਦਾ ਮਹੱਤਵ, ਵਿਦਿਆ ਦਾ ਮਿਆਰ
ਗੁਰੂ ਨਾਨਕ ਸਾਹਿਬ ਜੀ ਬਚਪਨ ਅੰਦਰ ਉਸਤਾਦਾਂ ਨੂੰ ਸਮਝਾਉਂਦੇ ਨੇ ਕਿ ਉਸਤਾਦ ਜੀ ਜਿਹੜੀ ਤੁਸੀਂ ਵਿਦਿਆ ਸਿਖਾ ਰਹੇ ਹੋ, ਤੁਸੀਂ ਵਿਦਿਆ ਦੇ ਰਹੇ ਹੋ, ਇਸ ਦੇ ਨਾਲ ਕੀ ਹੋਵੇਗਾ, ਇਸ ਦੇ ਨਾਲ ਕੀ ਬਣੇਗਾ। ਤੇ ਅੱਜ ਵੀ ਜੇ ਪੁੱਛੀਏ ਕਿ ਵਿਦਿਆ ਕਿਉਂ ਸਿਖਾਈ ਜਾ ਰਹੀ ਹੈ, ਕਿਉਂ ਦਿੱਤੀ ਜਾ ਰਹੀ ਹੈ, ਤੇ ਜੇ ਕਿਸੇ ਬੱਚੇ ਤੋਂ ਪੁੱਛੀਏ ਕਿ ਤੂੰ ਕਿਉਂ ਵਿਦਿਆ ਲੈ ਰਿਹਾ ਹੈ, तो उसका सवाल होएगा कि मैं पढ़ाई करके, कोई आखेगा डॉक्टर बनना है, इंजीनियर बनना है, जज बनना है, बड़ा ऑफिसर बनना है, वकील बनना है। हुण मुबारक है, बड़ी सोहनी गल है, कोई विद्या हासिल करके उसे अहुदे पे जाए, डॉक्टर बने, जज बने, पर फिर की होवेगा? इस दे नाल माया की प्राप्ति होवेगी, धन आएगा, माया आएगी। हुण जे ते विद्या का सिर्फ मंतव इन्ना कु है कि उसे अहुदे ते जाना ते माया कमाउणी, जे ते विद्या का इन्ना मंतव है बस विद्या इस करके प्राप्त करनी है, फिर गुरु साहब आखते हैं कि भाई इस विद्या का कोई उच्चा मंतव नहीं हैगा। ये मंतव ते बड़ा नीमा है कि विद्या प्राप्त करके केवल माया कमाउणी। हुण पातशाह आखते हैं कि भाई विद्या का जिहड़ा मंतव है वो बड़ा उच्चा है, विद्या का जो म्यार है वो बहुत उच्चा है। हुण उस्तादां दे नाल गुरु साहब जी विचार करते ने, गल करते ने कि भाई जिथे संसार की विद्या दी जा रही है, उत्थे नाल आत्मिक जीवन की विद्या, धर्म की विद्या, रब्बी गुणा की जिहड़ी विद्या है वो अंदर दृढ़ कराई जाए, वो अंदर परपक्ष कराई जाए। हुण मान लो कि जे संसार की विद्या ते मनुख ने हासिल कर ली है, एक हुनर आ गया है, एक कला आ गई है मनुख दे कोल, पर जे उसने धर्म की विद्या नूं प्राप्त नहीं कीता, रब्बी गुणा नूं अंदर दृढ़ नहीं कीता, शुभ गुण अंदर पाए नहीं है, शुभ गुणा नूं सिखिया नहीं, शुभ गुणा नूं जिंदगी अंदर कमाया नहीं, ते जिहड़ी वो विद्या है वो विद्या इंसान नूं हवान बना देवेगी, राक्षस बना देवेगी। वो कला जी मनुख दे कोल धर्म की विद्या नहीं, धर्म के गुण नहीं, धर्म की सिक्ख्या नहीं। सो बचपन के अंदर गुरु नानक साहब जी ने उस्तादां नूं ये गल समझाई कि जिथे संसार की विद्या दी जा रही है उत्थे रब की विद्या दी जाए, उत्थे धर्म की विद्या भी दृढ़ कराई जाए, ताकि संसार की विद्या वो फिर समाज के भले वास्ते वरती जाएगी। संसार की विद्या वो समाज के परोपकार लिए फिर वरती जाएगी जे अंदर रब्बी गुण होणगे। हुण मन लवो जे किसी को डॉक्टरी का हुनर है, कला है, ये विद्या है, ये ज्ञान है, पर वो इंसान, वो डॉक्टर लोभी है, उसके अंदर लोभ है, उसके अंदर संतोख नहीं, उसके अंदर सबर नहीं। हुण फिर लोभी इंसान जो डॉक्टर बनता है वो फिर गुर्दे कट के बेचता है। इंसान मर चुका है पर फिर भी परिवार को लुट रहा है, फिर भी पर्दा पा के पैसे कमा रहा है। ऐसे डॉक्टर को गुरु पातशाह मूर्ख आख रहे हैं, ऐसे इंसान कि पढ़िया मूर्ख आखी है जिस लाभ लोक अहंकारा।
कि भाई पढ़ के परोपकारी बनना सी, पढ़ के चंगा इंसान बनना सी, फर्जां की पहचान करनी सी, परोपकारी बनना सी, पर तू पढ़ के मूर्ख बन गया, हंकारी बन गया, लोभी बन गया। हुण इसी तरह जे कोई जज के अहुदे ते बैठता है पर अंदरों लोभी है, हंकारी है, तो कितना को इंसाफ कर सकेगा? जिदे अंदर लोग उछारे मार रहे हैं, वो पढ़िया लिखिया इंसान कितना इंसाफ कर सकेगा? इस करके पातशाह आखते हैं कि संसार की विद्या एक कला है, एक शक्ति है, पर जदों ये किसी गुरमुख के हथ विच हुंदी है, नेक इंसान के हथ विच हुंदी है, ते उदों की हुंदा है? उदों समाज का भला हुंदा है, संसार का भला हुंदा है। हुण अनपढ़ इंसान जिहड़ा पढ़िया लिखिया नहीं, अनपढ़ है, वो इन्ना संसार वास्ते नुकसानदायक नहीं हैगा जिन्ना पढ़िया लिखिया मनुख है। जिन्ना पढ़े लिखे मनुख ने नुकसान करना है, उन्ना अनपढ़ नहीं नुकसान कर सकता। पर जे पढ़े लिखे इंसान को धर्म नहीं, इंसानियत नहीं, ते जे पढ़े लिखे इंसान दे कोल इंसानियत होवेगी, जिसनों अपने फर्जा का एहसास होगा, वो फिर समाज वास्ते परोपकारी बन जाएगा, उसकी बड़ी बड़ी सेवा होएगी। उस इंसान की बड़ी बड़ी सेवा होएगी जिसनों गुरु साहब आखदे ने बाणी अंदर, विद्या विचारी ता परोपकारी, कि भाई उदों ही समझांगे कि इस इंसान ने असल विद्या नूं विचारिया है, समझिया है, विद्या की कदर पाई है। कदों समझांगे? जदों इंसान परोपकारी बनेगा। विद्या पढ़ के समझ के जदों असीं परोपकारी बनांगे तो उदों समझांगे कि इस विद्या की कदर की है, अपने हुनर की, अपने गुण की, अपने गुण नाल, अपने हुनर नाल असी इंसाफ किया है, कदर की है। पर बादशाह कहते जे पढ़ लिख के परोपकारी नहीं बने, स्वार्थी बन गए, हंकारी बन गए, लोभी बन गए, फिर अपनी इस विद्या नाल असी दगा कमाया है, अपने हुनर दे नाल, अपने गुण दे नाल असी वैर कमाया है, दगा किया है, अपने गुण नूं ही धोखा दिता है। हुण इस करके बाणी के अंदर गुरुदेव सच्चे पातशाह विद्या के मंतव नूं, विद्या के उच्चे न्यार नूं सतगुरु जी बाणी अंदर बार बार बयान कर रहे हैं। जिवें उदाहरण पातशाह जी ने दी कि जिहड़े शिकारी लोग हुंदे ने, भाव कि जिहड़े राजनीतिक लोग ने, जिहड़े मनुखता नूं गुलाम बनाउणा चाहुंदे ने, वो की करदे ने? वो कुछ सबक पढ़ाउंदे ने, कुछ विद्या सिखाउंदे ने। जिवें शिकारी हिरन नूं सबक सिखाउंदा है, सिक्ख्या दिंदा है कि किवें तू अपनी जात दे भरावां नूं मेरे पिंजरे विच लैके आउणा है, मेरे को लैके आउणा है। इसी तरह बाज नूं एक कला सिखाई जाती है, शिकारी सिखाउंदा है कि किवें तू अपनी जात दे भरावां नूं मेरे को लैके आउणा है। इसी तरह जिहड़े राजनीतिक लोग ने वो अपने अगे अहलकारां नूं इह पढ़ाउंदे ने, सिखाउंदे ने कि किवें तुसीं अपनी जात दे भरावां नूं मेरे कोल लैके आउणा है, मेरे जार विच फसाउणा है। हुण बादशाह कहंदे ने भाई पढ़े ते वो भी ने, हिरन भी पढ़िया है, बाज भी पढ़िया है, एहलकार भी पढ़िया है, पर ऐसे जिहड़े पढ़े लिखे इंसान ने, गुरु साहब आखदे ने गल विच अपने भी फाई है
ਤੇ ਆਪਣੇ ਭਰਾਵਾਂ ਦੇ ਗਲਾਂ ਵਿੱਚ ਵੀ ਉਹ ਫਾਹੀਆਂ ਪਵਾਉਂਦੇ ਨੇ। ਗੁਰੂ ਨਾਨਕ ਸਾਹਿਬ ਜੀ ਦਾ ਵਚਨ ਹੈ, ਪਾਤਸ਼ਾਹ ਆਖਦੇ ਨੇ, ਭਾਈ ਹਰਨਾ ਬਾਜਾਂ ਤੇ ਸਿਕਦਾਰਾਂ, ਇਨਾ ਪੜਿਆ ਨਾਉ ਫਾਂਦੀ ਲਾਗੀ ਜਾਤ ਫਹਾਇਨ, ਅੱਗੇ ਨਾਹੀ ਥਾਉ। ਹੁਣ ਹਿਰਨ ਵੀ ਪੜਿਆ, ਬਾਜ ਵੀ ਪੜਿਆ, ਪਰ ਆਪਣੀ ਜਾਤ ਦੇ ਭਰਾਵਾਂ ਨੂੰ ਸ਼ਿਕਾਰੀਆਂ ਦੇ ਕਬਜ਼ੇ ਵਿੱਚ ਲੈ ਗਏ, ਸ਼ਿਕਾਰੀਆਂ ਦਾ ਗੁਲਾਮ ਬਣਾ ਦਿੱਤਾ। ਇਸੇ ਤਰ੍ਹਾਂ ਜਿਹੜਾ ਐਲਕਾਰ ਉਹ ਵੀ ਪੜਿਆ, ਪਰ ਉਸ ਦੀ ਪੜ੍ਹਾਈ ਨੇ ਵੀ ਆਪਣੀ ਜਾਤ ਦੇ ਭਰਾਵਾਂ ਨੂੰ ਗੁਲਾਮ ਬਣਾ ਦਿੱਤਾ। ਹਰਨਾ ਬਾਜਾਂ ਤੇ ਸਿਕਦਾਰਾ, ਇਨਾ ਪੜਿਆ ਨਾਉ ਫਾਂਦੀ ਲਾਗੀ ਜਾਤ ਵਹਾਇਨ, ਅੱਗੇ ਨਾਹੀ ਥਾਉ। ਪਾਤਸ਼ਾਹ ਕਹਿੰਦੇ ਨੇ, ਭਾਈ ਐਸੀ ਪੜ੍ਹਾਈ, ਐਸਾ ਜਿਹੜਾ ਪੜ੍ਹਿਆ ਲਿਖਿਆ ਇਨਸਾਨ ਹੈ ਉਹ ਬੜਾ ਖਤਰਨਾਕ ਹੈ। ਉਹ ਤੇ ਆਪਣੇ ਭਰਾਵਾਂ ਨੂੰ ਫਸਾ ਰਿਹਾ ਹੈ, ਆਪਣੇ ਹੀ ਭਰਾਵਾਂ ਦਾ ਖੂਨ ਪੀ ਰਿਹਾ, ਆਪਣੇ ਹੀ ਭਰਾਵਾਂ ਦੇ ਨਾਲ ਉਹ ਦਗਾ ਕਮਾ ਰਿਹਾ ਹੈ ਪੜ੍ਹ ਲਿਖ ਕੇ। ਪਰ ਪਾਤਸ਼ਾਹ ਕਹਿੰਦੇ ਨੇ, ਨਹੀਂ, ਗੁਰ ਪ੍ਰਸਾਦੀ ਵਿਦਿਆ ਵਿਚਾਰੇ, ਪੜ੍ਹ ਪੜ੍ਹ ਪਾਵੇ ਮਾਨ। ਗੁਰੂ ਦੀ ਕਿਰਪਾ ਨਾਲ ਵਿਦਿਆ ਨੂੰ ਪੜ੍ਹਨਾ ਹੈ, ਸਮਝਣਾ ਹੈ। ਪਰ ਪਾਤਸ਼ਾਹ ਕਹਿੰਦੇ ਨੇ ਕਿ ਇਸ ਵਿਦਿਆ ਦੇ ਨਾਲ ਮਾਣ ਪ੍ਰਾਪਤ ਕਰਨਾ ਹੈ, ਇੱਜ਼ਤ ਨੂੰ ਕਮਾਉਣਾ ਹੈ। ਇੱਜ਼ਤ ਰੋਲੀ ਨਹੀਂ, ਪਤ ਨੂੰ, ਇੱਜ਼ਤ ਨੂੰ ਕਮਾਉਣਾ ਹੈ। ਤੇ ਪਾਤਸ਼ਾਹ ਹੋਰ ਬਾਬਾ ਫਰੀਦ ਸਾਹਿਬ ਜੀ ਬਾਣੀ ਅੰਦਰ ਵਚਨ ਕਰਦੇ ਨੇ, ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਆਪਨ ਡੇ ਗਿਰੀਵਾਨ ਮੈਂ ਸਿਰ ਨੀਵਾ ਕਰ ਦੇਖ। ਹੁਣ ਇੱਥੇ ਵੀ ਪੜ੍ਹੇ ਲਿਖੇ ਮਨੁੱਖ ਦੀ ਗੱਲ ਹੋ ਰਹੀ ਹੈ। ਬਾਬਾ ਫਰੀਦ ਸਾਹਿਬ ਆਖਦੇ ਨੇ, ਹੇ ਇਨਸਾਨ, ਜੇ ਤੂੰ ਬਰੀਕ ਮਤ ਵਾਲਾ ਹੈ, ਪੜ੍ਹਿਆ ਹੋਇਆ ਹੈ, ਤੇ ਇੱਕ ਕੰਮ ਕਰ ਕਿ ਕਾਲੇ ਲੇਖ ਨਾ ਲਿਖ। ਕਾਲੇ ਲੇਖ ਨਾ ਲਿਖ ਭਾਵ ਕਿ ਮਾੜਾ ਨਾ ਲਿਖ। ਆਪਨ ੜੇ ਗਿਰਵਾਨ ਮੈਂ ਸਿਰ ਨੀਵਾ ਕਰ ਦੇਖ। ਜੇ ਤੂੰ ਪੜ੍ਹਿਆ ਹੈ ਨਾ, ਤੂੰ ਪਹਿਲਾਂ ਆਪਣੇ ਆਪ ਨੂੰ ਵੇਖ, ਆਪਣੇ ਫਰਜ਼ਾਂ ਦੀ ਪਹਿਚਾਨ ਕਰ, ਆਪਣੇ ਅੰਦਰ ਇਨਸਾਨੀਅਤ ਦੇ ਗੁਣ ਪੈਦਾ ਕਰ, ਤਾਂ ਕਿ ਮੈਂ ਪੜ੍ਹਿਆ, ਮੈਨੂੰ ਤੇ ਸਮਝ ਹੈ। ਪਰ ਪਾਤਸ਼ਾਹ ਕਹਿੰਦੇ ਨੇ, ਤੈਨੂੰ ਸਮਝ ਹੁੰਦਿਆਂ ਵੀ ਤੂੰ ਮੂਰਖ ਬਣਿਆ ਹੋਇਆ ਹੈ। ਤੂੰ ਦੂਸਰਿਆਂ ਦੇ ਕਾਲੇ ਅੱਖਰ ਲਿਖ ਰਿਹਾ ਹੈ, ਪੜ੍ਹ ਕੇ ਤੂੰ ਦੂਸਰਿਆਂ ਬਾਰੇ ਮਾੜਾ ਲਿਖ ਰਿਹਾ ਹੈ, ਪਰ ਆਪਣੇ ਮਾੜੇਪਨ ਨੂੰ ਅੰਦਰੋਂ ਖਤਮ ਕਰਨ ਵਾਸਤੇ ਤੂੰ ਤਿਆਰ ਨਹੀਂ ਹੈਗਾ। ਇਸ ਕਰਕੇ ਗੁਰਦੇਵ ਸੱਚੇ ਪਾਤਸ਼ਾਹ ਜਦੋਂ ਵਿਦਵਾਨਾਂ ਦੇ ਨਾਲ, ਪੜ੍ਹੇ ਲਿਖੇ ਇਨਸਾਨਾਂ ਦੇ ਨਾਲ, ਧਾਰਮਿਕ ਮੁਖੀਆਂ ਦੇ ਨਾਲ ਗੱਲ ਕਰਦੇ ਨੇ, ਤੇ ਗੁਰਦੇਵ ਸੱਚੇ ਪਾਤਸ਼ਾਹ ਉੱਥੇ ਵੀ ਇਹ ਸਮਝਾਉਂਦੇ ਨੇ। ਹਜ਼ੂਰ ਆਖਦੇ ਨੇ, ਸੋ ਪੜਿਆ ਸੋ ਪੰਡਿਤ ਬੀਨਾ, ਜਿਨੀ ਕਮਾਣਾ ਨਾਉ। ਹੀ ਭਾਈ, ਇਹ ਵਿਦਿਆ ਇੱਕ ਸ਼ਕਤੀ ਹੈ, ਵਿਦਿਆ ਇੱਕ ਕਲਾ ਹੈ। ਜਿਵੇਂ ਬੜੇ ਪ੍ਰਕਾਰ ਦੀ ਵਿਦਿਆ ਹੁੰਦੀ ਹੈ, ਰਾਗ ਵਿਦਿਆ, ਸ਼ਸਤਰ ਵਿਦਿਆ, ਅਖਰੀ ਵਿਦਿਆ। ਹੁਣ ਸ਼ਸਤਰ ਵੀ ਇੱਕ ਵਿਦਿਆ ਹੈ, ਤੇ ਜੇ ਕਿਸੇ ਮੂਰਖ ਇਨਸਾਨ ਨੇ ਸ਼ਸਤਰ ਵਿਦਿਆ ਸਿੱਖ ਲਈ, ਤੇ ਵਿਦਿਆ ਤੇ ਉਸ ਨੂੰ ਆਉਂਦੀ ਹੈ, ਸ਼ਸਤਰ ਚਲਾਣੇ ਤੇ ਆਉਂਦੇ ਨੇ, ਪਰ ਇਨਸਾਨ ਮੂਰਖ ਹੈ, ਤੇ ਉਹ ਆਪਣਿਆਂ ਨੂੰ ਵੱਢੇਗਾ, ਉਹ ਜ਼ੁਲਮ ਕਰੇਗਾ, ਪਾਪ ਕਰੇਗਾ, ਕਿਉਂਕਿ ਮੂਰਖ ਇਨਸਾਨ ਨੇ ਸ਼ਸਤਰ ਵਿਦਿਆ ਸਿੱਖ ਲਈ ਹੈ। ਤੇ ਜੇ ਕਿਸੇ ਸਿਆਣੇ ਨੇ ਸਿੱਖੀ ਸ਼ਸਤਰ ਵਿਦਿਆ, ਜੇ ਕਿਸੇ ਸਿਆਣੇ ਨੇ ਸ਼ਸਤਰ ਚੁੱਕਿਆ, ਉਸਨੇ ਜ਼ੁਲਮ ਕਰਨ ਵਾਸਤੇ ਨਹੀਂ, ਉਸਨੇ ਜ਼ੁਲਮ ਰੋਕਣ ਵਾਸਤੇ ਸ਼ਸਤਰ ਚੁੱਕਿਆ। ਹੁਣ ਇਸੇ ਤਰ੍ਹਾਂ ਅਖਰੀ ਵਿਦਿਆ ਹੈ, ਅਖਰੀ ਗਿਆਨ ਹੈ, ਇਹ ਕਲਾ ਹੈ, ਇੱਕ ਸ਼ਕਤੀ ਹੈ। ਜੇ ਕਿਸੇ ਮੂਰਖ ਨੇ ਇਹ ਪੜ੍ਹ ਲਈ, ਇਹ ਸ਼ਕਤੀ ਹਾਸਲ ਕਰ ਲਈ, ਤੇ ਉਹ ਸੰਸਾਰ ਵਿੱਚ ਤਬਾਹੀ ਮਚਾਵੇਗਾ। ਹੁਣ ਜਿਹੜੀ ਇਹ ਮਹਾਨ ਬਿਮਾਰੀ ਫੈਲੀ ਹੋਈ ਹੈ, ਕਿਸੇ ਅਨਪੜ੍ਹ ਮਨੁੱਖ ਦੀ ਦੇਣ ਨਹੀਂ। ਅਨਪੜ੍ਹ ਮਨੁੱਖ ਨੇ ਪੈਦਾ ਨਹੀਂ ਕੀਤੀ, ਜਿਸਨੇ ਇੱਕ ਵਾਇਰਸ ਨੇ ਸਾਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ। ਇਹ ਕਿਸੇ ਅਨਪੜ੍ਹ ਦਾ ਕੰਮ ਹੈ? ਨਹੀਂ।
कि बड़े शातर दिमाग, बड़ी रोशन दिमाग का एक काम है। तो पातशाह कहते ने ऐसी पढ़ाई को की करना है भाई, तेरी ऐसी डिग्री को की करना है, तू तो इन्ना बड़ा पाप कमा रहा है। ये पढ़ के भी, ये समझ के, तू सियाणा बन के भी मनुखता नूं मारन लगा होया है। ते पातशाह कहते हैं भाई संसार की विद्या एक कला है, शक्ति है, पर जे इहदे नाल धर्म की विद्या प्राप्त नहीं की, आत्मिक जीवन की विद्या असीं नहीं लई, ते पातशाह कहते हैं बाहरी विद्या फिर किसी काम की नहीं। लिख लिख पढ़िया तेता कढ़िया, तो पढ़िया भी है पर अंदरों कड़ भी रहा है, तेरे अंदर नफरत है, ईर्खा है, इहदा अर्थ तू पढ़िया नहीं। इसी तरह गुरु साहब जी होर सानू बाणी दे अंदर समझाउंदे ने, बाबा यह लेखा लिख जान, यह लेखा लिख जान, तू इहो जिहा लेख लिख। हुण लेख ते वही लिखेगा जो पढ़िया होया है, जिहड़ा समझदार है, सियाणा है। ते पातशाह कहंदे ने जिथे लेखा मंगीए तिथे होए सच्चा निशान, जिथे तेरे तो लेखा पुछया जाए ओ तू लेखा वखाण जोगा होवे, तू ओ लेखा लिख। ते गुरु नानक साहब जी तो पुछी पातशाह केड़ा लेखा लिखिए, ते सतगुरु जी समझाउंदे ने जान मोह कस मस कर, मत कागत कर सार, भाओ कलम कर चित लिखारी, गुर पुछ लिख विचार, लिख नाम सलाह लिख, लिख अंत ना बाराबार। बाबा ये लेखा लिख जान, पातशाह कहंदे ने अपने मोह नूं तू साड़ के स्वाह बना लै, शाही बना लै, ते अपनी मत नूं कागज बना लै, तू प्यार दी कलम बना, अपने चित नूं लिखारी बना। ते सतगुरु जी कहंदे ने फिर गुरु नूं पुछ के लिख, जो लिखेगा ना अपनी मत ते कोई तू बाहर वरतेगा, जो तेरे अंदर लिखिया होवेगा, जो तेरे अंदर होवेगा वही तू बाहर वरतेगा। हुण तेरे कोल विद्या की शक्ति ते है, विद्या का हुनर है, गुण है, तू डॉक्टर है, वकील है, जज है, पर पातशाह कहंदे ने तू अंदर चंगा लेखा ते लिखी नहीं, तू धर्म की विद्या ते अंदर दृढ़ कीती नहीं। इस करके तेरे अंदर ते लाभ लोभ हंकार ईर्खा नफरत सब कुछ भरिया पिया है, पर तेरी बाहर की विद्या नाल तेरी नफरत भी निकलेगी, तेरी बाहर की विद्या नाल ईर्खा भी निकलेगी, हंकार भी निकलेगा, क्रोध भी निकलेगा, लोभ भी निकलेगा। पर जे अंदर तू धर्म की विद्या दृढ़ कीती होवेगी, फिर बाहर की विद्या नाल संतोख निकलेगा। फिर तू डॉक्टर बन के किसी के गुरदे नहीं बेचेगा, जज बन के तू किसी नाल बेइंसाफी नहीं करेगा, तू किसी भी अहदे पे होवेगा, पर तू उत्थे सच पे खड़ा होवेगा। विद्या का बोलबाला बहुत है, पर धर्म की विद्या नहीं। इस करके हरेक थां ते रिश्वत है, भ्रिष्टाचार है, सब थावां ते एक कुछ है। किसी भी महकमे अंदर चले जाओ, विद्या है, पढ़े लिखे इंसान ने, पर नाल की पढ़ाई ते है, पर इंसानियत के गुण कोई नहीं। ते बाणी सानू ये सिखाउंदी है कि भाई तू पढ़, अगे वध, तेरी जिंदगी का विकास होवे, पर नाल दी नाल रब्बी गुण भी तेरे अंदर होण, ताकि तू भला कर सके। इस पढ़ाई के नाल समाज अंदर एक विश्वास पैदा हो सके, एक विश्वास पैदा हो सके, एक प्यार पैदा हो सके, एक संसार विच मोहब्बत पैदा हो सके, एक शांति पैदा हो सके। पर यह उदों ही होएगी जो संसारी विद्या नाल अंदर धर्म की विद्या परिपक्व होगी।
ਧਰਮ ਦੀ ਵਿਦਿਆ ਅੰਦਰ ਦ੍ਰਿੜ ਹੋਵੇਗੀ। ਇਸ ਕਰਕੇ ਗੁਰਦੇਵ ਸੱਚੇ ਪਾਤਸ਼ਾਹ ਜੀ ਦੇ ਇਤਿਹਾਸ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਕਿ ਸਤਿਗੁਰ ਜੀ ਜਿੱਥੇ ਸੰਸਾਰੀ ਵਿਦਿਆ ਦਾ ਪਸਾਰ ਕਰਦੇ ਨੇ, ਗੁਰੂ ਅੰਗਦ ਸਿੰਘ ਮਹਾਰਾਜ ਜੀ ਭਾਸ਼ਾਵਾਂ ਦਾ ਗਿਆਨ ਦਿੰਦੇ ਨੇ, ਉੱਥੇ ਨਾਲ ਗੁਰਬਾਣੀ ਦਾ ਗਿਆਨ ਦੇ ਰਹੇ ਨੇ, ਰੱਬੀ ਗਿਆਨ ਦੇ ਰਹੇ ਨੇ। ਤੂੰ ਡਾਕਟਰ ਹੋਵੇ ਪਰ ਗੁਰਸਿੱਖ ਹੋਵੇ, ਲੋਕ ਤੇਰੇ ਤੇ ਵਿਸ਼ਵਾਸ ਕਰਨ, ਤੇਰੇ ਤੇ ਭਰੋਸਾ ਕਰਨ ਕਿ ਇਹ ਸਾਡੇ ਰੋਗੀ ਦੇ ਨਾਲ ਦਗਾ ਨਹੀਂ ਕਮਾ ਸਕਦਾ। ਤੂੰ ਡਾਕਟਰ ਹੋਵੇ ਪਰ ਵਾਕਈ ਤੈਨੂੰ ਲੋਕ ਰੱਬ ਮੰਨਣ, ਤੇ ਇਹ ਉਦੋਂ ਹੀ ਹੋਵੇਗਾ ਜਦੋਂ ਅੰਦਰ ਧਰਮ ਹੋਵੇਗਾ। ਧਰਮ ਹੋਵੇਗਾ ਜਦ ਧਰਮ ਦੀ ਵਿਦਿਆ ਵੀ ਅੰਦਰ ਪ੍ਰਭਾਵ ਹੋਵੇਗੀ। ਇਸ ਕਰਕੇ ਤੇ ਅਸੀਂ ਕਹਿੰਦੇ ਹਾਂ ਗੁਰੂ ਨਾਨਕ ਸਾਹਿਬ ਜੀ ਬਾਂਦਿਆਂ ਦੇ ਕੋਲ ਪੜਨ ਗਏ ਤੇ ਉਹਨਾਂ ਨੂੰ ਪੜ੍ਹਾ ਕੇ ਆ ਗਏ। ਉਹਨਾਂ ਨੂੰ ਪੜ੍ਹਾਉਣ ਤੋਂ ਭਾਵ ਇਹੋ ਹੀ ਸੀ ਕਿ ਤੁਸੀਂ ਨਾਲ ਧਰਮ ਦੀ ਵਿਦਿਆ ਵੀ ਦਿਓ, ਇਨਸਾਨੀਅਤ ਦੀ ਵਿਦਿਆ ਵੀ ਦਿਓ। ਪੜ੍ਹਿਆ ਮੂਰਖ ਆਖੀਏ ਤਾਂ ਕਿ ਪੜ੍ਹੇ ਲਿਖੇ ਇਨਸਾਨ ਨੂੰ ਮੂਰਖ ਨਾ ਬਣਨਾ ਪਵੇ। ਪੜ੍ਹਿਆ ਲਿਖਿਆ ਇਨਸਾਨ ਉਹ ਕੀ ਫਿਰ ਪਰਉਪਕਾਰੀ ਬਣ ਸਕੇ। ਹੁਣ ਜਿੰਨਾ ਪੜ੍ਹਿਆ ਲਿਖਿਆ ਇਨਸਾਨ ਜਿਹੜੀ ਸੇਵਾ ਕਰ ਸਕਦਾ ਹੈ ਉਹ ਆਮ ਬੰਦਾ ਥੋੜਾ ਕਰ ਸਕਦਾ ਹੈ, ਪਰ ਪੜ੍ਹਿਆ ਲਿਖਿਆ ਮਨੁੱਖ ਜਿੰਨਾ ਨੁਕਸਾਨ ਵੀ ਕਰ ਸਕਦਾ ਹੈ ਉਹਨਾਂ ਆਮ ਮਨੁੱਖ ਨਹੀਂ ਕਰ ਸਕਦਾ। ਇਸ ਕਰਕੇ ਗੁਰਬਾਣੀ ਦੇ ਅੰਦਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਵਿਦਿਆ ਦੇ ਮਿਆਰ ਨੂੰ ਬੜਾ ਉੱਚਾ ਚੁੱਕਿਆ ਹੈ। ਇੱਕ ਸਾਖੀ ਦਾ ਜ਼ਿਕਰ ਆਉਂਦਾ ਹੈ ਕਿ ਪੁਰਾਤਨ ਸਮੇਂ 4 ਵਿਦਿਆਰਥੀ ਆਪਣੇ ਉਸਤਾਦ ਦੇ ਕੋਲ ਕਈ ਸਾਲ ਰਹਿ ਕੇ ਉਹਨਾਂ ਨੇ ਭਾਸ਼ਾਵਾਂ ਦਾ ਗਿਆਨ ਪ੍ਰਾਪਤ ਕੀਤਾ, ਵਿਦਿਆ ਦਾ ਗਿਆਨ ਲਿਆ, ਪਰ ਉਸਤਾਦ ਉਹਨਾਂ ਨੂੰ ਧਰਮ ਦੀ ਵਿਦਿਆ ਵੀ ਸਿਖਾਉਂਦਾ ਸੀ। ਪਰ ਜਦੋਂ ਉਹਨਾਂ ਦਾ ਇਮਤਿਹਾਨ ਹੋਇਆ ਤੇ ਜਿਹੜੀ ਵਿਦਿਆ ਉਹਨਾਂ ਨੇ ਸਿੱਖੀ ਸੀ ਉਹਦਾ ਇਮਤਿਹਾਨ ਹੋਇਆ ਤੇ ਇਮਤਿਹਾਨ ਦੇ ਅੰਦਰੋਂ ਬੱਚੇ ਪਾਸ ਹੋ ਗਏ ਤੇ ਆਪਣੇ ਘਰਾਂ ਨੂੰ ਜਾ ਰਹੇ ਨੇ। ਹੁਣ ਰਸਤੇ ਵਿੱਚ 4 ਬੱਚੇ ਗੱਲਾਂ ਕਰਦੇ ਆ ਰਹੇ ਨੇ ਕਿ ਉਸਤਾਦ ਜੀ ਨੇ ਸਾਨੂੰ ਧਰਮ ਦੀ ਵਿਦਿਆ ਵੀ ਪੜ੍ਹਾਈ ਸੀ ਪਰ ਉਹਦਾ ਇਮਤਿਹਾਨ ਨਹੀਂ ਲਿਆ। ਜਿਹੜੀਆਂ ਦੂਜੀਆਂ ਵਿਦਿਆਵਾਂ ਪੜ੍ਹਾਈਆਂ ਸਨ, ਦੂਜੇ ਜਿਹੜੇ ਵਿਸ਼ੇ ਸਾਨੂੰ ਪੜ੍ਹਾਏ ਸਨ ਉਹਨਾਂ ਦਾ ਇਮਤਿਹਾਨ ਤੇ ਲੈ ਲਿਆ, ਉਹਨਾਂ ਅੰਦਰੋਂ ਅਸੀਂ ਪਾਸ ਵੀ ਹੋ ਗਏ ਆ, ਪਰ ਜਿਹੜੇ ਨਾਲ ਦੀ ਨਾਲ ਉਹ ਧਰਮ ਦੀ ਗੱਲ ਵੀ ਸਾਨੂੰ ਸਮਝਾਉਂਦੇ ਸਨ ਉਹਦਾ ਇਮਤਿਹਾਨ ਨਹੀਂ ਲਿਆ ਉਹਨਾਂ ਨੇ। ਹੁਣ ਚੱਲਦੇ ਆ ਰਹੇ ਨੇ ਤੇ ਰਸਤੇ ਦੇ ਅੰਦਰ ਕੰਢੇ ਪਏ ਹੋਏ ਨੇ। ਰਸਤੇ ਦੇ ਅੰਦਰ ਜਦੋਂ ਬੱਚਿਆਂ ਨੇ ਕੰਢੇ ਦੇਖੇ ਤੇ ਇੱਕ ਬੱਚਾ ਰੁਕ ਗਿਆ ਤੇ 3 ਅੱਗੇ ਵਧ ਰਹੇ ਨੇ, ਤੇ ਜਿਹੜੇ ਅੱਗੇ ਵਧ ਰਹੇ ਨੇ ਉਹ ਕਹਿੰਦੇ ਨੇ ਆ ਜਾ, ਇੱਥੇ ਕਿਉਂ ਖੜਾ ਹੋ ਗਿਆ ਹੈ? ਉਹ ਕਹਿੰਦੇ ਨਹੀਂ, ਸਾਡੇ ਟੀਚਰ ਨੇ ਸਾਨੂੰ ਸਮਝਾਇਆ ਹੈ, ਧਰਮ ਇਹ ਸਮਝਾਉਂਦਾ ਹੈ ਕਿ ਭਾਈ ਦੂਜਿਆਂ ਦੇ ਰਸਤੇ ਅੰਦਰ ਕੰਢੇ ਖਿਲਾਰੀਏ ਨਾ, ਸਾਫ਼ ਕਰੀਏ। ਪਰ ਉਹ ਕਹਿੰਦੇ ਨੇ ਰਹਿਣ ਦੇ, ਤੂੰ ਆ ਜਾ, ਸਾਡੇ ਮਗਰ ਛੱਡ ਦੇ, ਟੱਪ ਕੇ ਆ ਜਾ, ਕੋਈ ਗੱਲ ਨਹੀਂ, ਪੈ ਰਹਿਣ ਦੇ ਕੰਢੇ। ਉਹ ਕਹਿੰਦਾ ਨਹੀਂ, ਮੇਰੇ ਟੀਚਰ ਨੇ ਮੈਨੂੰ ਸਿਖਾਇਆ ਹੈ। ਹੁਣ ਬੱਚੇ ਦੂਜੇ ਆਸੇ ਪਾਸਿਓਂ ਲੰਘ ਕੇ ਟੱਪ ਕੇ ਅੱਗੇ ਚਲੇ ਗਏ ਨੇ। ਉਹ ਬੱਚਾ ਉੱਥੇ ਕੰਢੇ ਚੁੱਕਣ ਲੱਗ ਗਿਆ ਹੈ। ਟੀਚਰ ਨੇ ਆਵਾਜ਼ ਮਾਰ ਲਈ ਕਿ ਬੱਚਿਓ, ਮੈਨੂੰ ਲੱਗਦਾ ਸੀ ਕਿ ਤੁਸੀਂ ਗੱਲਾਂ ਕਰਦੇ ਆ ਰਹੇ ਹੋਵੋਗੇ ਕਿ ਟੀਚਰ ਨੇ ਦੂਸਰੇ ਇਮਤਿਹਾਨ ਤੇ ਲੈ ਲੈ, ਪਰ ਜੋ ਧਰਮ ਸਿਖਾ ਰਹੇ ਸਨ ਉਹਦਾ ਇਮਤਿਹਾਨ ਨਹੀਂ ਲਿਆ। ਬੱਚਿਓ, ਕੰਢੇ ਮੈਂ ਹੀ ਖਿਲਾਰੇ ਸਨ ਤੇ ਮੈਂ ਇਹ ਇਮਤਿਹਾਨ ਕਾਗਜ਼ ਤੇ ਨਹੀਂ ਸੀ ਲੈਣਾ, ਪ੍ਰੈਕਟੀਕਲ ਲੈਣਾ ਸੀ, ਕਿਉਂਕਿ ਧਰਮ ਦਾ ਇਮਤਿਹਾਨ ਕਦੀ ਕਾਗਜ਼ਾਂ ਤੇ ਨਹੀਂ ਹੁੰਦਾ। ਧਰਮ ਦਾ ਇਮਤਿਹਾਨ ਪ੍ਰੈਕਟੀਕਲ ਹੁੰਦਾ ਹੈ, ਜੀਵਨ ਵਿੱਚ ਹੁੰਦਾ ਹੈ। ਬੱਚਿਓ, ਮੈਂ ਸਮਝਣਾ ਕਿ ਤੁਸੀਂ 3 ਫੇਲ ਹੋ ਤੇ 1 ਪਾਸ ਹੋਇਆ ਹੈ। ਜਿਸ ਬੱਚੇ ਨੇ ਇਹ ਆਖਿਆ ਕਿ ਨਹੀਂ, ਟੀਚਰ ਨੇ ਇਹ ਸਿਖਾਇਆ ਹੈ ਸਾਨੂੰ, ਇਹ ਧਰਮ ਦਾ ਗੁਣ ਹੈ, ਧਰਮ ਦਾ ਸਬਕ ਹੈ, ਪਰ ਦੇਖੋ ਇਸ ਬੱਚੇ ਨੇ ਕੰਢੇ ਚੁੱਕਣੇ ਸ਼ੁਰੂ ਕਰ ਦਿੱਤੇ, ਰਸਤੇ ਨੂੰ ਸਾਫ਼ ਕਰਨਾ ਸ਼ੁਰੂ ਕਰ ਦਿੱਤਾ, ਪਰ ਤੁਸੀਂ ਧਰਮ ਸਿੱਖ ਕੇ ਵੀ ਟੱਪ ਕੇ ਅੱਗੇ ਚਲੇ ਗਏ ਕਿ ਸਾਨੂੰ ਕੀ ਮਤਲਬ ਹੈ। ਹੁਣ ਕਹਿਣ ਤੋਂ ਭਾਵ ਕਿ ਜਿਹੜਾ ਧਰਮ ਦਾ ਇਮਤਿਹਾਨ ਹੁੰਦਾ ਹੈ ਨਾ, ਉਹ ਸਾਡੀ ਜ਼ਿੰਦਗੀ ਅੰਦਰ ਹੁੰਦਾ ਹੈ।
ਤੇ ਧਰਮ ਸਾਨੂੰ ਇਹ ਸਿਖਾਉਂਦਾ ਹੈ, ਧਰਮ ਦੀ ਵਿਦਿਆ ਸਾਨੂੰ ਇਹ ਸਿਖਾਉਂਦੀ ਹੈ ਕਿ ਭਾਈ ਕਿਸੇ ਦੇ ਰਸਤੇ ਅੰਦਰ ਕੰਡੇ ਨਾ ਖਿਲਾਰੀਏ, ਮਾਰਗ ਤੇ ਕੰਡੇ ਨਾ ਖਿਲਾਰੀਏ, ਸਗੋਂ ਜਿਹੜੇ ਕੰਡੇ ਖਿਲਰੇ ਹੋਏ ਨੇ ਉਹਨਾਂ ਕੰਡਿਆਂ ਨੂੰ ਚੁਗਣ ਦਾ ਯਤਨ ਕਰੀਏ। ਧਰਮ ਦੀ ਵਿਦਿਆ ਸਾਨੂੰ ਇਹ ਸਿਖਾਉਂਦੀ ਹੈ। ਤੇ ਪਾਤਸ਼ਾਹ ਕਹਿੰਦੇ ਨੇ ਭਾਈ ਸੰਸਾਰ ਦੀ ਵਿਦਿਆ ਇੱਕ ਕਲਾ ਹੈ, ਇੱਕ ਹੁਨਰ ਹੈ, ਇੱਕ ਸ਼ਕਤੀ ਹੈ, ਪਰ ਜੇ ਇਹਦੇ ਨਾਲ ਧਰਮ ਦੀ ਵਿਦਿਆ ਹੋਏਗੀ ਤੇ ਸਮਾਜ ਸੰਸਾਰ ਸੋਹਣਾ ਬਣੇਗਾ। ਪਰ ਜੇ ਕੇਵਲ ਸੰਸਾਰ ਦੀ ਵਿਦਿਆ ਹੈ, ਹੁਨਰ ਹੈ, ਪਰ ਧਰਮ ਦੀ ਅੰਦਰ ਵਿਦਿਆ ਨਹੀਂ, ਤੇ ਪਾਤਸ਼ਾਹ ਕਹਿੰਦੇ ਨੇ ਭਾਈ ਐਸੀ ਵਿਦਿਆ ਵੀ ਫਿਰ ਸਮਾਜ ਵਾਸਤੇ ਸੰਸਾਰ ਵਾਸਤੇ ਵਿਨਾਸ਼ਕਾਰੀ ਹੋ ਜਾਂਦੀ ਹੈ। ਸੰਸਾਰ ਦੇ ਨਕਸ਼ੇ ਨੂੰ ਐਸੀ ਵਿਦਿਆ ਵਿਗਾੜ ਕੇ ਰੱਖ ਦਿੰਦੀ ਹੈ ਜੇ ਧਰਮ ਦੀ ਅੰਦਰ ਵਿਦਿਆ ਅਸੀਂ ਪ੍ਰਪੱਕ ਨਹੀਂ ਕੀਤੀ। ਸੋ ਗੁਰਬਾਣੀ ਦੇ ਅੰਦਰੋਂ ਅੱਜ ਆਪਾਂ ਵਿਦਿਆ ਦੇ ਉੱਚੇ ਮਿਆਰ ਅਤੇ ਵਿਦਿਆ ਦੇ ਮੰਤਵ ਨੂੰ ਸਮਝਣ ਦਾ ਯਤਨ ਕੀਤਾ ਹੈ। ਸੋ ਗੁਰੂ ਸਾਹਿਬ ਕਿਰਪਾ ਕਰਨ, ਪੜੀ ਸੁਣੀ ਗੁਰਮਤਿ ਗੁਰਬਾਣੀ ਦੀ ਵਿਚਾਰ ਸਾਡੇ ਸਭਨਾਂ ਦੇ ਹਿਰਦਿਆਂ ਵਿੱਚ ਵਸੇ, ਤਾਂ ਕਿ ਹੋ ਸਕਣ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਅਦਬ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।